ਨਕੋਦਰ ਦੇ ਕੱਪੜਾ ਵਪਾਰੀ ਟਿੰਮੀ ਚਾਵਲਾ ਕਤਲकांड ਦਾ ਮੁੱਖ ਸਰਗਨਾ ਅਮਰੀਕਾ ਸਥਿਤ ਅਮਨਦੀਪ ਪੁਰੇਵਾਲ ਉਰਫ ਅਮਨ ਹੈ। ਨਕੋਦਰ ਦੇ ਕੱਪੜਾ ਵਪਾਰੀ ਦੇ ਕਤਲकांड ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰਨ ਤੇ 3 ਜਾਣਿਆਂ ਨੂੰ ਗ੍ਰਿਫਤਾਰ ਕਰਨ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਜਿਨ੍ਹਾਂ ਦੀ ਪਛਾਣ ਬਠਿੰਡਾ ਦੇ ਪਿੰਡ ਨੰਗਲਾ ਦੇ ਖੁਸ਼ਕਰਨ ਸਿੰਘ ਉਰਫ ਫੌਜੀ, ਬਠਿੰਡਾ ਦੇ ਹੀ ਪਿੰਡ ਵੈਨ ਦੇ ਵਾਸੀ ਮਲਦੀਪ ਸਿੰਘ ਉਰਫ ਦੀਪ ਤੇ ਪਿੰਡ ਪੌਂਵਾਲੀ ਦੇ ਮੰਗਾ ਸਿੰਘ ਉਰਫ ਗੀਤਾ ਵਜੋਂ ਹੋਈ ਹੈ। ਦੱਸਦੇ ਹੀ ਕਿ ਅਮਨਦੀਪ ਪੁਰੇਵਾਲ ਪਿਛਲੇ 10-12 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਸੀ ਅਤੇ ਉਸਨੇ ਹੀ ਫਿਰੌਤੀ ਦੀ ਯੋਜਨਾ ਬਣਾਈ ਸੀ। ਅਮਨਦੀਪ ਖਿਲਾਫ ਪਹਿਲਾਂ ਕੋਈ FIR ਦਰਜ ਨਹੀਂ ਹੈ ਅਤੇ ਉਹ ਇਸੇ ਸਾਲ ਮਾਰਚ ਵਿੱਚ ਆਪਣੇ ਪਿੰਡ ਆਇਆ ਸੀ ਅਤੇ ਉੱਥੇ ਹੀ ਉਸ ਵੱਲੋਂ ਫਿਰੌਤੀ ਵਸੂਲਣ ਦੀ ਯੋਜਨਾ ਘੜੀ ਗਈ ਸੀ। 3 ਗ੍ਰਿਫਤਾਰੀਆਂ ਕੀਤੀਆਂ ਤੇ ਜਿਹੜਾ ਮੋਡਿਊਲ ਇਸ ਮਰਡਰ ਦੇ ਪਿੱਛੇ ਸੀਗਾ ਉਹ ਪੂਰੀ ਤਰ੍ਹਾਂ ਉਸ ਨੂੰ ਅਨਵੇਲ ਕਰਕੇ ਬਸਟ ਕੀਤਾ ਗਿਆ ਹੈ। ਇਹ ਐਕਸਟੋਰਸ਼ਨ ਕਾਲ 1 ਨਵੰਬਰ ਨੂੰ ਹੋਈ ਸੀਗੀ ਡਿਸੀਜ਼ਡ ਭੁਪਿੰਦਰ ਸਿੰਘ ਉਰਫ ਟਿਮੀ ਨੂੰ ਤੇ 8 ਨਵੰਬਰ ਨੂੰ ਦੂਜੀ ਐਕਸਟੋਰਸ਼ਨ ਕਾਲ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ ਮਸਲਾ ਪੁਲਿਸ ਦੇ ਨੋਟਿਸ 'ਚ ਲਿਆਂਦਾ ਸੀਗਾ ਤੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀ। ਇਹ ਜਿਹੜਾ ਇਨਸੀਡੈਂਟ 7 ਦਸੰਬਰ ਨੂੰ 8:30 PM ਤੇ ਹੋਇਆ ਸੀਗਾ, ਜਦੋਂ 2 ਮੋਟਰਸਾਈਕਲਾਂ ਤੇ 5 ਅਣਪਛਾਤੇ ਵਿਅਕਤੀ ਆਏ ਸੀਗੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ, ਜਿਸ ਤੇ ਜਿਹੜਾ ਗਨਮੈਨ ਮਨਦੀਪ ਸਿੰਘ ਸੀਗਾ ਉਹਨੇ ਜਵਾਬੀ ਫਾਇਰ ਕੀਤੇ ਸੀ। ਕਾਫੀ ਬਹਾਦਰੀ ਨਾਲ ਅਟੈਕ ਦਾ ਜਵਾਬ ਦਿੱਤਾ ਸੀਗਾ ਤੇ ਦੋਵਾਂ ਨੂੰ ਇੰਜਰੀਜ਼ ਹੋਈ ਸੀ। ਭੁਪਿੰਦਰ ਸਿੰਘ ਟਿਮੀ ਸਕਮ ਟੂ ਹਿਸ ਇੰਜਰੀਜ਼ ਤੇ ਨੈਕਸਟ ਡੇ ਜਿਹੜਾ ਸਾਡਾ ਮੁਲਾਜ਼ਮ ਮਨਦੀਪ ਸੀਗਾ ਉਹ ਵੀ ਸ਼ਹੀਦ ਹੋ ਗਿਆ ਸੀਗਾ। ਇਹ ਸਾਰੀ ਇਨਵੈਸਟੀਗੇਸ਼ਨ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਈ ਕਿ ਇਹ ਕਿਸੇ ਵੀ ਆਰਗੇਨਾਈਜ਼ਡ ਜਾਂ ਕਿਸੇ ਕ੍ਰਿਮੀਨਲ ਗਰੁੱਪ ਨਾਲ ਐਸੋਸੀਏਟਡ ਗਰੁੱਪ ਦਾ ਕੰਮ ਨਹੀਂ ਸੀ। ਇਹ ਬਿਲਕੁਲ ਹੀ ਨਵਾਂ ਗਰੁੱਪ ਜਿਹੜਾ ਇਮਰਜ ਹੋਇਆ ਸੀਗਾ, ਜਿਸ ਦਾ ਸੂਤਰਧਾਰ ਇੱਕ USA ਦੇ ਵਿੱਚ ਯੂਬਾ ਸਿਟੀ ਦੇ ਵਿੱਚ ਬੈਠਾ ਹੋਇਆ ਬੰਦਾ ਜਿਹੜਾ ਅਮਨਦੀਪ ਸਿੰਘ ਪੂਰੇਵਾਲ ਹੈਗਾ। ਇਹ ਮਾਲੜੀ ਪਿੰਡ ਉਹ ਨੇੜੇ ਹੈਗਾ, ਉਸ ਤੋਂ ਮਾਲੜੀ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਇਸ ਦਾ ਜਿਹੜਾ ਕੀ ਆਪਰੇਟਿਵ ਇੰਡੀਆ ਦੇ ਵਿੱਚ ਗੁਰਿੰਦਰ ਸਿੰਘ ਉਰਫ ਗਿੰਦਾ ਉਹ ਵੀ ਮਾਲੜੀ ਪਿੰਡ ਦਾ ਸੀਗਾ। ਉਹ ਸੇਮ ਵਿਲੇਜ ਜਿਹੜਾ ਜਿੱਥੇ ਪਲੇਸ ਆਫ ਅਕਰੈਂਸ ਹੈਗੀ ਉਸ ਤੇ ਕਾਫੀ ਨੇੜੇ ਪਿੰਡ ਦੇ 2 ਵਸਨੀਕ ਸੀਗੇ। ਇੱਕ USA ਦੇ ਵਿੱਚ ਬੈਠਿਆ ਸੀ। ਅਸੀਂ ਵੌਇਸ ਐਨਾਲਿਸਿਸ ਤੋਂ ਕੰਪੇਅਰ ਕਰਾ ਕੇ ਇਹ ਕਨਫਰਮ ਹੋ ਗਿਆ ਕਿ ਇਹ ਜਿਹੜੀ ਵੌਇਸ ਸੀਗੀ ਇਹ ਅਮਨਦੀਪ ਦੀ ਸੀਗੀ, ਜਿਸ ਵੌਇਸ ਤੋਂ ਐਕਸਟੋਰਸ਼ਨ ਹੋਈ ਸੀਗੀ। ਤੇ ਇਹਦੀ ਪਹਿਲੇ ਇੱਕ ਅਮਰੀਕ ਸਿੰਘ ਨਾਂ ਦਾ ਬੰਦਾ ਸੀਗਾ, ਬਠਿੰਡੇ ਡਿਸਟ੍ਰਿਕਟ ਦਾ ਰਿਹਾਇਸ਼ੀ, ਜਿਸ ਨੇ ਰੈਕੀ ਕੀਤੀ ਸੀ ਅਲੋਂਗ ਵਿਦ 1 ਸਾਜਨ। ਇਹ ਦੋਵੇਂ ਹਾਲੇ ਐਬਸਕੌਂਡਿੰਗ ਹੈਗੇ ਤੇ ਰੈਕੀ ਦੇ ਵਿੱਚ ਇੱਕ ਸਫਾਰੀ ਕਾਰ ਤੇ ਇੱਕ ਸਕੋਰਪੀਓ ਕਾਰ ਵਰਤੀ ਗਈ ਸੀਗੀ। ਸਫਾਰੀ ਕਾਰ ਰਿਕਵਰ ਹੋ ਗਈ ਹੈ, ਸਕੋਰਪੀਓ ਕਾਰ ਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੈ ਤੇ ਉਹ ਵੀ ਰਿਕਵਰ ਹੋ ਜਾਊਗੀ। ਟੋਟਲ 3 30 ਬੋਰ ਪਿਸਟਲਸ ਇਲੀਗਲੀ ਯੂਜ਼ ਹੋਏ ਸੀਗੇ। ਸੋ ਥੀਸ ਵੈਪਨਸ ਵਰ ਸੋਰਸਡ ਬਾਈ ਗੁਰਿੰਦਰ ਸਿੰਘ ਗਿੰਦਾ ਜਿਹੜਾ ਮਾਲੜੀ ਪਿੰਡ ਦਾ ਸੀਗਾ। ਜਿਹੜੇ ਅਕਿਊਜ਼ਡ 5 ਜਿਹੜੇ 2 ਮੋਟਰਸਾਈਕਲਾਂ ਤੇ ਆਏ ਸੀਗੇ ਉਹਨਾਂ ਦੇ ਨਾਂ ਹੈਗੇ ਖੁਸ਼ਕਰਨ ਸਿੰਘ ਏਲੀਆਸ ਫੌਜੀ, RO ਵਿਲੇਜ ਨੰਗਲਾ, PS ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ, ਇਹ ਗ੍ਰਿਫਤਾਰ ਹੋ ਗਿਆ ਹੈਗਾ। ਕਮਲਦੀਪ ਸਿੰਘ ਏਲੀਆਸ ਦੀਪ, RO ਪਿੰਡ ਬ੍ਰਾਹਮਣਾ ਦੀਵਾਨਾ, PS ਸਦਰ ਬਠਿੰਡਾ, ਇਹ ਵੀ ਗ੍ਰਿਫਤਾਰ ਹੋ ਗਿਆ ਹੈ। ਮੰਗਾ ਸਿੰਘ ਉਰਫ ਮੰਗਾ ਸਿੰਘ ਪਿੰਡ ਜੱਸੀਪੋ ਵਾਲੀ, PS ਕੋਟ ਫੱਤਾ ਡਿਸਟ੍ਰਿਕਟ ਬਠਿੰਡਾ, ਤਿੰਨੋਂ ਬਠਿੰਡਾ ਜ਼ਿਲ੍ਹੇ ਦੇ ਰਿਹਾਇਸ਼ੀ ਹੈਗੇ, ਗ੍ਰਿਫਤਾਰ ਹੋ ਗਏ ਹੈਗੇ। ਤੇ ਜਿਹੜੇ ਇਹ ਆਏ ਸੀਗੇ ਮੁਲਜ਼ਮ ਮੋਟਰਸਾਈਕਲ ਤੇ ਸਤਪਾਲ ਏਲੀਆ ਸਾਜਨ ਤੇ ਇੱਕ ਠਾਕੁਰ ਨਾਂ ਦਾ ਬੰਦਾ, ਇਹ ਦੋਵੇਂ ਐਬਸਕੌਂਡਿੰਗ ਹੈਗੇ। ਇਹ ਟੋਟਲ ਜਿਹੜੀ ਪਲੈਨਿੰਗ ਸੀਗੀ ਇੰਡੀਆ ਦੇ ਵਿੱਚ ਜਿਸ ਨੂੰ ਅੰਜਾਮ ਦਿੱਤਾ ਇਹ ਗੁਰਿੰਦਰ ਸਿੰਘ ਗਿੰਦੇ ਨੇ ਦਿੱਤੀ ਸੀ ਪਲੈਨਿੰਗ ਨੂੰ। ਇਹ ਜਿਹੜੀ ਮੋਟਰਸਾਈਕਲਾਂ ਵਰਤੀਆਂ ਗਈ ਸੀ ਇਹਦੇ ਬਾਰੇ ਵੀ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆ ਗਿਆ ਹੈਗਾ ਤੇ ਇਹਨਾਂ ਦੀ ਡਿਸਕਲੋਜ਼ਰ ਸਟੇਟਮੈਂਟ ਤੇ ਸਾਨੂੰ ਆਸ ਹੈ ਅਸੀਂ ਛੇਤੀ ਰਿਕਵਰ ਕਰ ਲਾਂਗੇ। ये जो नकोदर में 7 नवंबर को डबल मर्डर हुआ था भूपिंदर सिंह टिमी और पंजाब पुलिस के मुलाजिम मनदीप सिंह का, उस केस को जलंधर देहाती पुलिस ने सॉल्व कर लिया है। 3 गिरफ्तारियां इस केस में करी गई हैं और जो इन्वेस्टिगेशन से प्रिलिमिनरी इन्वेस्टिगेशन से पता लगा है कि 2 एक्सटॉर्शन कॉल्स हुई थी 1 नवंबर को और 8 नवंबर को। वॉइस एनालिसिस से और इन्वेस्टिगेशन से ये पता लगा है कि अमनदीप सिंह पूरेवाल जो कि नज़दीक के गांव मालड़ी का रहने वाला है, उसने ये कॉलें करी थी और एक्सटॉर्शन की डिमांड करी थी। जब ये मसला पुलिस के संज्ञान में लाया गया तो उसको सिक्योरिटी प्रोवाइड करी गई थी। कांस्टेबल मनदीप सिंह उनके साथ वेपन के साथ डिप्लॉय किया गया था। ये रेकी जो ये इसने पूरेवाल ने ऑर्गेनाइज़ कराई, ये 2 लोगों ने रेकी करी थी, भटिंडे का अमरीक सिंह और साजन भटिंडे का, ये दोनों एब्सकॉन्डिंग हैं और इसको फैसिलिटेट सारे प्लान को गुरिंदर सिंह गिंदा, ये भी मालड़ी विलेज का है और अमनदीप का काफ़ी क्लोज एसोसिएट है, इसने अरेंज किया था। एक सफारी गाड़ी और एक स्कॉर्पियो गाड़ी रेकी में यूज़ हुई थी, जिसमें से सफारी गाड़ी रिकवर हो गई है।
और गिंदे ने ही वेपन्स अरेंज किए थे, इलीगल वेपन्स हैं ये। 3 30 बोर पिस्टल अरेंज करके जिन्होंने एक्चुअली क्राइम किया उनको हैंड ओवर करे थे। ये जो क्राइम करने वाले लोग थे जिन्होंने शूट आउट को अंजाम दिया था, खुशकरण सिंह एलियास फौजी, कमलदीप सिंह एलियास दीप और मंगा सिंह, ये तीनों डिस्ट्रिक्ट भटिंडा के रहने वाले हैं। और इनके साथ 2 और लोग, सतपाल और साजन और ठाकुर, ये अभी एब्सकॉन्डिंग है। एक 30 बोर का वेपन रिकवर हुआ है और एक सफारी गाड़ी अभी रिकवर हुई है। इसमें जो देखने वाली बात है कि इस ग्रुप का किसी भी नॉन क्रिमिनल गैंग से कोई लिंक नहीं पाया गया और एक नया ही जिसका सूत्रधार ये बैठा हुआ यूएस बैठा हुआ आदमी था। और गिनता ये तकरीबन सभी जो एक्चुअल शूटर्स हैं इनकी ये 18-19 साल की 20 साल की एज ग्रुप के हैं। और ये जो हैंडलर्स थे इनकी एज ये अर्ली 30s में है, मैच्योर्ड एज ग्रुप के हैं। Jalandhar Rural Police has worked out the double murder case which took place in Nakodar on November 7th at around 8:30 p.m. With the arrest of 3 shooters involved in the case. The preliminary investigation has disclosed that extortion calls on November 1st and November 8th were made by one Amandeep Singh, who is sitting in Yuba City, California, and who's originally from village Malari, which is nearby in district Jalandhar. The key associate of Amandeep was Gurinder Singh Ginda, also resident of the same village, and these two were the masterminds of the plan, and they had engaged 5 other persons who ultimately went in 2 motorcycles for the attack on Bhupinder Singh Timmy. Before the attack, recce was conducted by 2 persons, one Amrik Singh who is absconding and one Sajan, he is also absconding, both resident of district Bhatinda. 1 Scorpio car and 1 Safari car were used in the recce. The Safari car has been recovered. 3 30-bore pistols illegally sourced by Ginda were handed over to this module for executing the crime. The 5 persons involved in the shootout are Pushkaran Singh alias Fauji, Kamaldeep Singh alias Deep, Manga Singh, Satpal and Thakur. Out of these 5, 3 have been arrested. Pushkaran Singh Fauji, Kamaldeep Singh Deep and Manga Singh have been arrested. The 130-bore pistol has been recovered. Disclosure statement has disclosed that the 2 motorcycles have been thrown in a flowing canal and they are likely to be recovered soon. And one noteworthy thing about this module is that it is not connected to any organized criminal gang, and it seems to have, they have sort of hashed the plan by at their own level, and because I think they were located very, very close to the deceased, where the deceased was living, and so I'll request for any questions. सर, ये जो आपने बताया कि नया गैंग है, ये कुछ किसी के साथ संपर्क में थे या अपना प्राइमरी इन्वेस्टिगेशन में सामने आया कि अपना अभी से कुछ जमाना चाहते थे पंजाब में रंगदारी या टाइप कुछ? ये नया, इसीलिए मैंने इनफैक्ट अपनी पिछली प्रेस कॉन्फ्रेंसों में भी कहा है कि लोगों को मैंने अपील करी थी कि आप खुल के सामने आएँ। आपको कॉल्स आती हैं, तकरीबन ये लोकल लोग होते हैं कि नाम ये दूसरे गैंगस्टर्स का ले लेते हैं। 90% ये जो कॉल्स हैं या फेक होती हैं या लोकल लोग होते हैं जो चाहते हैं कि चलो हम भी एक्सटॉर्शन कर लेंगे, वेरीफाई नहीं होता। गौरव जी, ये ਜਿਹੜਾ ਬਹੁਤ ਬਾਰ-ਬਾਰ ਗੱਲ ਆ ਰਹੀ ਜਿਨ੍ਹਾਂ ਨੂੰ ਤੁਸੀਂ ਸੈੱਟ ਆਂਦੀ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ, ਉਹ ਸਿਕਿਉਰਿਟੀ ਦੇ ਵਿੱਚ ਹੀ ਜਿਹੜੀ ਵਾਰਦਾਤ ਹੁੰਦੀ ਹੈ ਤੇ ਕਈ ਘਟਨਾ ਵਾਪਰੀਆਂ ਨੇ ਉਹ ਕਾਮਯਾਬ ਹੋਏ ਨੇ। ਜਿਸ ਤਰ੍ਹਾਂ ਇਹ ਗੈਂਗ ਹੈਗੇ ਨੇ, ਇਹ ਗੈਂਗ ਦੀ ਮੁਕਸਰ ਜੋ ਵੀ ਇਹਨਾਂ ਦੀ ਪਿੱਛੇ ਨਵਾਂ ਗੈਂਗ ਹੈ, ਲੇਕਿਨ ਤੁਸੀਂ ਕਿਵੇਂ ਟੈਕਲ ਕਰੋਗੇ? ਆਪਾਂ ਸੈੱਟ ਆਉਂਦੀ ਹੈ, ਅਸੀਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ, ਉਹ ਤੋਂ ਬਾਅਦ ਕਿੱਥੇ ਕੋਈ ਕਮੀ ਰਹਿੰਦੀ ਜਿੱਥੇ ਕਰਕੇ ਉਹ ਨਾ ਵਾਰਦਾਤ ਕਰਨ ਦਾ ਜਾਂ ਆਪਾਂ ਕੁਝ ਟਰੈਕ ਕਰਨ ਜਾਂ ਆਪਾਂ नहीं, ਤੁਹਾਡੀ ਗੱਲ ਠੀਕ ਹੈ ਜੀ। ਮੈਂ ਇਸ ਤੇ ਕਲੈਰੀਫਾਈ ਕਰਦਾ ਬਾਜਵਾ ਜੀ ਕਿ ਦੇਖੋ, ਸਭ ਤੋਂ ਪਹਿਲਾਂ ਤਾਂ ਇਸ ਕੇਸ ਦੀ, ਇਸ ਪਾਰਟਿਕੂਲਰ ਕੇਸ ਦੀ ਗੱਲ ਕਰੋ ਤਾਂ ਬਹੁਤ ਬਹਾਦਰੀ ਤੇ ਹਿੰਮਤ ਨਾਲ ਉਸਨੇ ਮੁਕਾਬਲਾ ਕੀਤਾ। ਰੈਦਰ ਇਹਨਾਂ ਨੇ, ਮੈਂ ਦੱਸਾਂਗਾ, ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਹੋਰ ਡਿਟੇਲਸ ਦੱਸਣਗੇ ਕਿ ਇਹਨਾਂ ਨੂੰ ਸਪੈਸੀਫਿਕ ਇਨਸਟਰਕਸ਼ਨਸ ਸੀ ਕਿ ਜੇ ਪੁਲਿਸ ਨਾਲ ਹੋਵੇ ਤੇ ਪੁਲਿਸ ਤੇ ਗੋਲੀ ਨਹੀਂ ਚਲਾਣੀ ਹੈ ਕਿਉਂਕਿ ਫਿਰ ਪੰਗਾ ਵੱਧ ਜਾਏ। ਪਰ ਇਹ ਜਿਹੜੇ ਮੁਲਜ਼ਮ ਹੈਗੇ, ਇਹਨਾਂ ਨੇ ਕਿਹਾ ਕਿ ਵੀ ਚੂੰਕਿ ਸਾਡੇ ਤੇ ਗੋਲੀਆਂ ਚੱਲ ਰਹੀ ਸੀ, ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ। ਸੋ ਇਨ ਦਿਸ ਪਾਰਟਿਕੂਲਰ ਕੇਸ ਇੱਕ ਬਹੁਤ ਡਟ ਕੇ ਮੁਕਾਬਲਾ ਕੀਤਾ ਗਿਆ ਤੇ ਸਰਟਨ ਅਦਰ, ਮੈਂ ਜਨਰਲਾਈਜ਼ ਨਹੀਂ ਕਰ ਰਹਾ, ਕਿਤੇ ਪੁਲਿਸ ਦੇਰ ਹੈਵ ਬੀਨ ਪੁਲਿਸ ਹੈਜ਼ ਨਾਟ ਬੀਨ ਅਪ ਟੂ ਦਾ ਮਾਰਕ। ਕਈ ਕੇਸਾਂ 'ਚ ਕਾਫੀ ਅੱਛਾ ਐਕਸ਼ਨ ਹੋਇਆ। ਅਸੀਂ ਓਵਰਆਲ ਮੈਂ ਬਹੁਤ ਜ਼ਿਆਦਾ, ਕਿਉਂਕਿ ਸਿਕਿਉਰਿਟੀ ਨਹੀਂ ਜੀ, ਨਹੀਂ, ਮੈਨੂੰ ਗੱਲ ਬਾਜਵਾ ਜੀ, ਮੈਂ ਅਸੀਂ ਇਹਦੇ ਵਿੱਚ ਨਾ ਬੇਸਿਕਲੀ ਜਿਹੜੇ ਦੇਖੋ ਇਹਦੇ ਦੋ ਤਰੀਕੇ ਹੈਗੇ। ਇੱਕ ਤੇ ਪ੍ਰੋਐਕਟਿਵ ਪੁਲਿਸਿੰਗ ਨਾਲ ਜਿਹੜੀਆਂ, ਤਾਂ ਹੀ ਮੈਂ ਜਦੋਂ ਇਹ ਗੱਲ ਸ਼ੁਰੂ ਹੁੰਦੀ ਹੈ, ਜਦੋਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਹੈ, ਲੋਕਾਂ ਤੋਂ ਸਾਨੂੰ ਰਿਪੋਰਟਿੰਗ ਹੁੰਦੀ ਕਾਲਾਂ ਦੀ, ਉਸ ਤੋਂ ਬਾਅਦ
ਇਹਨੂੰ ਟੈਕਨੀਕਲ ਤੌਰ ਤੇ ਇਨਵੈਸਟੀਗੇਟ ਕਰਕੇ ਕਿ ਕਾਲਾਂ ਜਿਹੜੀਆਂ ਟਰੇਸ ਕਰਨੀ ਚਾਹੀਦੀ। ਅਸੀਂ ਕਈ ਗੈਂਗਸ ਇੱਦਾਂ ਦੇ, ਤੁਹਾਨੂੰ ਯਾਦ ਹੈ ਅੰਮ੍ਰਿਤਸਰ ਦੇ ਵਿੱਚ ਕੁਝ ਡਾਕਟਰ ਸੀਗੇ, ਉਹਨਾਂ ਨੂੰ ਐਕਸਟੋਰਸ਼ਨ ਕਾਲਸ ਆ ਰਹੀ ਸੀ, ਅਸੀਂ ਟਰੇਸ ਕੀਤਾ ਤੇ ਉਹ ਬਿਹਾਰ ਤੋਂ ਕਾਲਾਂ ਆ ਰਹੀ ਸੀ। ਮੈਂ ਐਗਜ਼ਾਮਪਲ ਦੇ ਰਿਹਾ। ਸੋ ਦਾ ਥਿੰਗ ਇਜ਼ ਕਿ ਇਹਨਾਂ ਨੂੰ, ਤੁਹਾਡੀ ਗੱਲ ਠੀਕ ਹੈ ਕਿ ਅਸੀਂ ਹਰ ਬੰਦੇ ਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾ ਸਕਦੀ ਹੈ। ਇਸ ਨੂੰ ਟਰੇਸ, ਹਰ ਜਿਹੜਾ ਕੇਸ ਰਿਪੋਰਟ ਹੋਵੇ ਉਹ ਟਰੇਸ ਕੀਤਾ ਜਾਵੇ, ਬੰਦੇ ਫੜੇ ਜਾਣ, ਸੋ ਦੈਟ ਡੈਟਰੈਂਸ ਇਜ਼ ਦੇਅਰ ਕਿ ਇਹ ਜਿਹੜੇ ਕਾਲ ਕਰਨਗੇ ਉਹਨਾਂ ਦੀ ਖੈਰ ਨਹੀਂ, ਦੇ ਵਿਲ ਬੀ ਡੈਲਟ ਸਟ੍ਰਿਕਟਲੀ ਐਜ਼ ਪਰ ਲਾਅ। Subscribe to One India channel and never miss an update.